ਪੰਜਾਬ ਵਿੱਚ ਹਜ਼ਾਰ ਸਾਲ ਦੇ ਲਈ ਬ੍ਰਿਟੇਨ ਦੇ ਕੱਟੜ ਖਾਲਿਸਤਾਨੀ ਗੁਰਦੁਆਰਿਆਂ ਦੀ ਯਾਤਰਾ ਚੁਕਾਉਣ ਵਾਲੀ ਅਤੇ ਹੈਰਾਨ ਕਰਨ ਵਾਲੀ ਹੋਵੇਗੀ। ਖਾਲਿਸਤਾਨੀ ਸੰਗਠਨ ਨਾ ਸਿਰਫ ਯੂਕੇ ਵਿੱਚ ਫੈਲਿਆ, ਸਗੋਂ ਕੁਝ ਲੋਕਾਂ ਨੇ ਤਾਂ ਖਾਲਿਸਤਾਨ ਨੂੰ ਅਪਣਾ ਕੇ ਆਪਣੀ ਰੋਜੀ ਰੋਟੀ ਦਾ ਜ਼ਰੀਆ ਵੀ ਬਣਾਇਆ। ਇਹਨਾਂ ਵਿੱਚੋਂ ਬਹੁਤ ਸਾਰੀਆਂ ਸੰਸਥਾਵਾਂ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼, ਸਿੱਖ ਕੌਂਸਲ ਯੂਕੇ ਜਾਂ ਵਰਲਡ ਸਿੱਖ ਪਾਰਲੀਮੈਂਟ ਦੀ ਅਸੈਂਬਲੀ ਸੰਸਥਾਵਾਂ ਦੇ ਮੈਂਬਰ ਬਣ ਗਏ ਹਨ। ਹਾਲਾਂਕਿ ਇਹਨਾਂ ਸੰਸਥਾਵਾਂ ਨੂੰ ਯੂਕੇ ਵਿੱਚ ਵਧੇਰੇ ਸਿੱਖ ਵਸੋਂ ਦਾ ਸਮਰਥਨ ਪ੍ਰਾਪਤ ਨਹੀਂ ਹੋ ਸਕਦਾ, ਪਰ ਉਹ ਯੂਕੇ ਗੁਰਦੁਆਰਿਆਂ ਦੇ ਪ੍ਰਬੰਧਨ ਦੇ ਨਿਯੰਤਰਣ ਦੀ ਲੜਾਈ ਲੜਨ ਦੇ ਲਈ ਆਪਸ ਵਿੱਚ ਮੁਕਾਬਲਾ ਕਰਦੇ ਰਹਿੰਦੇ ਹਨ। ਇੱਕ ਸੁਰੱਖਿਆ ਸੰਸਥਾ ਵਿੱਚ ਕੰਮ ਕਰਦੇ ਹੋਏ ਇੱਕ ਅਧਿਕਾਰੀ ਨੇ ਕਿਹਾ, ਪਰ ਇਸ ਤੱਥ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਕਿ ਉਹ ਗੁਰਦੁਆਰਿਆਂ ਦੇ ਪ੍ਰਬੰਧਨ ਨੂੰ ਕੰਟਰੋਲ ਕਰਨ ਦੇ ਲਈ ਆਪਸ ਵਿੱਚ ਲੜ ਰਹੇ ਸਨ। ਇਹ ਉਹਨਾਂ ਨੂੰ ਸੇਵਾ ਤੇ ਦਾਨ ਦੇ ਨਾਮ ਤੇ ਆਸਾਨ ਫੰਡਿੰਗ, ਬੰਦਕ ਸਰੋਤਿਆਂ ਨੂੰ ਸਟੇਜ ਤੋਂ ਉਹਨਾਂ ਦੇ ਪ੍ਰਚਾਰ ਨੂੰ ਸੁਣਨ, ਵੱਖ-ਵੱਖ ਬੈਠਕਾਂ ਅਤੇ ਸਮਾਗਮਾਂ ਲਈ ਤਿਆਰ ਥਾਵਾਂ ਦੀ ਉਪਲਬਧਤਾ ਅਤੇ ਆਪਣੇ ਅਖੀਰਲੇ ਕਾਰਜਾਂ ਨੂੰ ਪੂਰਾ ਕਰਨ ਦੇ ਲਈ ਇੱਕ ਚੈਰੀਟੇਬਲ ਸੰਸਥਾ ਦੀ ਸਹਿਯੋਗ ਵਰਗੇ ਕਈ ਉਦੇਸ਼ਾਂ ਦੀ ਪੂਰਤੀ ਕਰਦਾ ਹੈ। ਤਾਂ ਅੰਦਾਜ਼ਾ ਹੈ ਕਿ ਯੂਨਾਈਟਿਡ ਕਿੰਗਡਮ ਵਿੱਚ ਕੱਟੜਪੰਥੀ ਸਿੱਖ ਸਮੂਹ ਖਾਲਿਸਤਾਨ ਲਹਿਰ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਭਾਰਤ ਵਿਰੁੱਧ ਝੂਠੇ ਪ੍ਰਚਾਰ ਫੈਲਾਉਣ ਵਿੱਚ ਜੁਟੇ ਹੋਏ ਹਨ। ਜਰਨੈਲ ਸਿੰਘ ਭਿੰਡਰਾਂਵਾਲਾ ਦੇ ਵੱਡੇ ਪੋਸਟਰ ਇਹਨਾਂ ਸਾਰੇ ਗੁਰਦੁਆਰਿਆਂ ਵਿੱਚ ਲੱਗੇ ਵੇਖੇ ਜਾ ਸਕਦੇ ਹਨ ਅਤੇ ਉਸ ਨੂੰ ਸਿੱਖ ਵਤਨ ਲਈ ਸ਼ਹੀਦ ਮੰਨਦੇ ਹਨ। ਯੂਕੇ ਵਿੱਚ ਕੁਝ ਗੁਰੂ ਘਰ ਹਨ, ਜਿਵੇਂ ਕਿ ਰਾਮਗੜੀਆ, ਰਵਿਦਾਸੀਆ ਤੇ ਇੰਟਰਨੈਸ਼ਨਲ ਪੱਟ ਸੁਸਾਇਟੀ, ਜਿਨ੍ਹਾਂ ਦੇ ਉਮੀਦਵਾਰੀ ਵਿਚਾਰ ਹਨ। ਤਾਂ ਦੱਸ ਦੇਈਏ ਕਿ ਦੀਪਾ ਸਿੰਘ ਉਰਫ ਕੁਲਦੀਪ ਸਿੰਘ ਲਹਿਲ ਸਿੱਖ ਯੂਥ ਯੂਕੇ ਦਾ ਲੀਡਰ ਹੈ। ਨਵੰਬਰ 2018 ਦੇ ਵਿੱਚ ਸਿੱਖ ਚੈਨਲ ਦੇ ਇੱਕ ਸਿੱਖ ਮੈਡੀਟੇਸ਼ਨ ਐਂਡ ਰਿਸਰਚ ਸੈਂਟਰ ਬਣਾਉਣ ਦੇ ਲਈ 0.35 ਮਿਲੀਅਨ ਦਾ ਫੰਡ ਇਕੱਠਾ ਕੀਤਾ ਸੀ। ਦੀਪਾ ਸਿੰਘ ਅਤੇ ਉਸ ਦੀ ਭੈਣ ਤੇ ਦਾਨ ਕੀਤੇ ਚੈਰੀਟੇਬਲ ਫੰਡਸ ਦੀ ਧੋਖਾਧੜੀ ਵਿੱਚ ਵੈਸਟ ਮਿਡਲਨੇਡਜ਼ ਪੁਲਿਸ ਕਾਊਂਟਰ ਟੈਰੀਟੋਰੀਅਮ ਯੂਨਿਟ ਨੇ ਦੋਸ਼ ਲਗਾਇਆ। ਭਾਰਤ ਤੇ ਆਸਟ੍ਰੇਲੀਆ ਨੇ ਇੱਕ ਦੂਜੇ ਦੇ ਫੌਜੀ ਅੱਡਿਆਂ ਤੱਕ ਸਾਜੋ ਸਮਾਨ ਦੀ ਪਹੁੰਚ ਦੇ ਲਈ ਇਤਿਹਾਸਿਕ ਰੱਖਿਆ ਸਮਝੌਤਾ ਕੀਤਾ ਤੇ ਨਾਲ ਹੀ 6 ਹੋਰ ਸਮਝੌਤੇ ਵੀ ਕੀਤੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੇ ਆਸਟ੍ਰੇਲੀਆਈ ਹਮਰੁਤਬਾ ਸਕਾਟ ਮੋਰਿਸਨ ਨੇ ਆਨਲਾਈਨ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਤੋਂ ਬਾਅਦ ਇਹ ਸਮਝੌਤੇ ਕੀਤੇ ਨੇ। ਦੋਵੇਂ ਮੁਲਕਾਂ ਦੇ ਵਿੱਚ ਚੌਤਰਫਾ ਰੱਖਿਆ ਸਹਿਯੋਗ ਵੀ ਵਧਾਇਆ ਜਾਵੇਗਾ। ਭਾਰਤ ਨੇ ਅਜਿਹੇ ਸਮਝੌਤੇ ਅਮਰੀਕਾ, ਫਰਾਂਸ ਅਤੇ ਸਿੰਗਾਪੁਰ ਦੇ ਨਾਲ ਕੀਤੇ ਹੋਏ ਨੇ। ਹੋਰ ਸਮਝੌਤਿਆਂ ਦੇ ਤਹਿਤ ਸਾਈਬਰ ਮਾਈਨਿੰਗ ਅਤੇ ਮਿਨਰਲ ਮਿਲਟਰੀ ਟੈਕਨੋਲੋਜੀ, ਵੋਕੇਸ਼ਨਲ ਐਜੂਕੇਸ਼ਨ ਅਤੇ ਜਲ ਸਰੋਤ ਪ੍ਰਬੰਧਨ ਦੇ ਖੇਤਰਾਂ ਵਿੱਚ ਦੁਬੱਲਾ ਸਹਿਯੋਗ ਪ੍ਰਦਾਨ ਕੀਤਾ ਜਾਵੇਗਾ। ਵਿਆਪਕ ਰਣਨੀਤਿਕ ਭਾਈਵਾਲੀ ਤਹਿਤ ਦੋਵੇਂ ਮੁਲਕਾਂ ਨੇ 2+2 ਵਾਰਤਾ ਨੂੰ ਵੀ ਅਪਗ੍ਰੇਡ ਕੀਤਾ। ਇਸ ਵਿੱਚ ਵਿਦੇਸ਼ ਅਤੇ ਰੱਖਿਅਕ ਸਕੱਤਰਾਂ ਨੂੰ ਵੀ ਸ਼ਾਮਿਲ ਕੀਤਾ ਗਿਆ। ਦੋਵੇਂ ਆਗੂਆਂ ਨੇ ਗੱਲਬਾਤ ਦੇ ਦੌਰਾਨ ਅੱਤਵਾਦ, ਹਿੰਦ ਪ੍ਰਸ਼ਾਂਤ ਖਿੱਤੇ ਵਿੱਚ ਸਮੁੰਦਰੀ ਸੁਰੱਖਿਆ ਲਈ ਵਧ ਰਹੀਆਂ ਚੁਣੌਤੀਆਂ, ਵਿਸ਼ਵ ਵਪਾਰ ਸੰਗਠਨ ਵਿੱਚ ਸੁਧਾਰ ਅਤੇ ਕੋਰੋਨਾ ਵਾਇਰਸ ਸੰਕਟ ਨਾਲ ਨਜਿੱਠਣ ਦੇ ਰਾਹ ਲੱਭਣ ਸਮੇਤ ਹੋਰ ਅਹਿਮ ਮੁੱਦੇ ਵਿਚਾਰੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਨਲਾਈਨ ਸਿਖਰ ਸੰਮੇਲਨ ਵਿੱਚ ਹਿੱਸਾ ਲੈਂਦਿਆਂ ਆਖਿਆ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਆਰਥਿਕ ਅਤੇ ਸਮਾਜਿਕ ਪ੍ਰਭਾਵਾਂ ਤੋਂ ਦੁਨੀਆ ਨੂੰ ਛੇਤੀ ਬਾਹਰ ਕੱਢਣ ਦੇ ਲਈ ਤਾਲਮੇਲ ਅਤੇ ਇਕਜੁੱਟਤਾ ਦੇ ਨਾਲ ਕਦਮ ਵਧਾਉਣੇ ਪੈਣਗੇ। ਉਹਨਾਂ ਆਖਿਆ ਕਿ ਦੁਨੀਆ ਵਿੱਚ 65 ਲੱਖ ਲੋਕ ਕੋਰੋਨਾ ਤੋਂ ਪੀੜਤ ਹਨ ਅਤੇ 3.88 ਲੱਖ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਆਨਲਾਈਨ ਸਿਖਰ ਸੰਮੇਲਨ ਦਾ ਜ਼ਿਕਰ ਕਰਦਿਆਂ ਮੋਦੀ ਨੇ ਇਸ ਨੂੰ ਭਾਰਤ ਆਸਟ੍ਰੇਲੀਆ ਗੱਠਜੋੜ ਦਾ ਨਵਾਂ ਮਾਡਲ ਅਤੇ ਕਾਰੋਬਾਰ ਕਰਨ ਦਾ ਨਵਾਂ ਮਾਡਲ ਦੱਸਿਆ। भारत ऑस्ट्रेलिया के साथ अपने संबंधों को व्यापक तौर पर और तेज गति से बढ़ाने के लिए प्रतिबद्ध है। यह न सिर्फ हमारे दोनों देशों के लिए महत्वपूर्ण है, बल्कि इंडो पैसिफिक क्षेत्र और विश्व के लिए भी आवश्यक है। मुझे प्रसन्नता है कि हमारे विभिन्न इंस्टीट्यूशनल डायलॉग्स हमारे संबंधों को और सब्सटेंस प्रदान कर रहे हैं। दोनों देशों के बीच निरंतर उच्च स्तरीय एक्सचेंजेस भी हो रहे हैं। व्यापार और निवेश भी बढ़ रहा है। लेकिन मैं ये नहीं कहूंगा कि मैं इस गति से, इस विस्तार से संतुष्ट हूं। जब आप जैसा लीडर हमारे मित्र देश का नेतृत्व कर रहा हो, तो हमारे संबंधों में विकास की गति का मापदंड भी एम्बिशियस होना चाहिए। मुझे बहुत प्रसन्नता है कि आज हम अपने द्विपक्षीय संबंधों को कॉम्प्रिहेंसिव स्ट्रेटेजिक पार्टनरशिप के रूप में अपग्रेड कर रहे हैं।
वैश्विक महामारी के इस काल में हमारी कॉम्प्रिहेंसिव स्ट्रेटेजिक पार्टनरशिप की भूमिका और महत्वपूर्ण रहेगी। विश्व को इस महामारी के आर्थिक और सामाजिक दुष्प्रभावों से जल्दी निकालने के लिए एक कोऑर्डिनेटेड और कोलैबोरेटिव अप्रोच की आवश्यकता है। हमारी सरकार ने इस क्राइसिस को एक अपॉर्चुनिटी की तरह देखने का निर्णय लिया है। भारत में लगभग सभी क्षेत्रों में व्यापक रिफॉर्म्स की प्रक्रिया शुरू की जा चुकी है। बहुत जल्द ही ग्राउंड लेवल पर इसके परिणाम देखने को मिलेंगे। इस कठिन समय में आपने ऑस्ट्रेलिया में भारतीय समुदाय का और खास तौर पर भारतीय छात्रों का, हमारे स्टूडेंट्स का जिस तरह ध्यान रखा है, उसके लिए मैं विशेष रूप से आपका आभारी हूं। In the Indo-Pacific, we are committed to an open, inclusive, prosperous Indo-Pacific. And India's role in that region, our region, will be critical in the years ahead. The cultural links that we enjoy between our countries are well known. And what, though I am even more excited about, Your Excellency, is that it's time for our relationship to go broader and to go deeper. And the things we are speaking of today, I greatly regret that we could not do them in person on not just one but two occasions. And I thank you very much for the invitation to join, for Jenny and I to join you in the future. I know she's very much looking forward to it. And so we thank you. She'll be pleased when I tell her tonight, when I get on the phone, that Narendra has invited us again, and she'll be very pleased about that. So we'll look forward to doing that when we can all travel. But I suspect there'll be perhaps some other opportunities where we'll meet. I understand perhaps at the G7 with that going ahead later in the year, and other events as we draw to the close of the year. Today, science and technology, a new special grant round between our two countries for a program that is really joining our scientists together. This is exciting. A joint declaration on a shared vision for maritime cooperation in the Indo-Pacific. We share an ocean, and we share responsibilities for that ocean as well. Its health, its well-being, its security, and the relationship we're forming around those issues in our maritime domain, I think, is the platform for so many other things between our countries. The mutual logistics support arrangement and a defence science and technology implementing arrangement. These are the substantial things that good friends develop together that provide the opportunity for the many other commercial opportunities that come our way. In a time like this, we want to deal very much with friends and trusted partners, and this is a partnership which has stood the test time and again and is during the course of this current crisis. ਤਿੱਬਤੀ ਧਰਮਗੁਰੂ ਦਲਾਈ ਲਾਮਾ ਨੇ ਆਪਣੇ ਚੇਲਿਆਂ ਵਿਸ਼ੇਸ਼ ਰੂਪ ਨਾਲ ਤਿੱਬਤੀਆਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੀ ਸਿਹਤ ਬਹੁਤ ਵਧੀਆ ਹੈ, ਉਹ ਹਾਲੇ ਵੀ 20 ਸਾਲ ਤੋਂ ਜ਼ਿਆਦਾ ਸਮੇਂ ਤੱਕ ਜਿੰਦਾ ਰਹਿਣਗੇ। ਦਲਾਈ ਲਾਮਾ ਨੇ ਆਪਣੇ ਸੰਬੋਧਨ ਵਿੱਚ ਆਖਿਆ, ਮੈਂ ਉਮੀਦ ਕਰਦਾ ਹਾਂ ਕਿ ਅਗਲੇ 20 ਸਾਲਾਂ ਤੱਕ ਜਾਂ ਉਸ ਤੋਂ ਅੱਗੇ ਤੱਕ ਮੈਂ ਇੱਥੇ ਹਿੱਸਾ ਲੈਂਦਾ ਰਹਾਂਗਾ। ਮੈਂ ਦੱਖਣ ਭਾਰਤ ਦੇ ਮੱਠਾਂ ਦੇ ਲੋਕਾਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਇਸ ਨੂੰ ਇੱਕ ਸਾਲਾਨਾ ਪ੍ਰੋਗਰਾਮ ਬਣਾਈਏ। ਤਿੱਬਤੀ ਧਰਮਗੁਰੂ ਅਗਲੇ ਮਹੀਨੇ 85 ਸਾਲ ਦੇ ਹੋ ਜਾਣਗੇ। ਉਹਨਾਂ ਨੇ ਸਲਾਹ ਦਿੱਤੀ ਹੈ ਕਿ ਬੌਧੀ ਚਿੱਤ ਸਮਾਗਮ ਨੂੰ ਤਿੱਬਤੀ ਮੱਠਾਂ ਦੇ ਵਿੱਚ ਇੱਕ ਸਾਲਾਨਾ ਪ੍ਰੋਗਰਾਮ ਦੇ ਰੂਪ ਵਿੱਚ ਮਨਾਇਆ ਜਾਵੇ। ਦਲਾਈ ਲਾਮਾ ਨੇ ਆਪਣੇ ਘਰ ਵਿੱਚ ਮਨ ਦੀ ਸਾਧਨਾ ਦੇ ਲਈ ਇੱਕ ਵਰਚੁਅਲ ਸਮਾਗਮ ਦੀ ਅਗਵਾਈ ਕੀਤੀ। ਤਿੱਬਤੀ ਧਰਮਗੁਰੂ ਨੇ ਆਖਿਆ ਕਿ ਅਸੀਂ ਆਪਣੇ ਆਪ ਉੱਤੇ ਜ਼ਿਆਦਾ ਧਿਆਨ ਦਿੰਦੇ ਹਾਂ, ਪਰ ਸਾਨੂੰ ਜ਼ਰੂਰਤ ਦੇ ਹਿਸਾਬ ਦੇ ਨਾਲ ਹੀ ਧਿਆਨ ਦੇਣਾ ਚਾਹੀਦਾ। ਪੈਸਾ ਅਤੇ ਸ਼ਕਤੀ ਦੇ ਨਾਲ ਤਾਂ ਤੁਸੀਂ ਆਕਰਸ਼ਿਤ ਹੋ ਸਕਦੇ ਹੋ, ਪਰ ਇੱਕ ਕੱਟੜਤਾ ਵਾਲਾ ਰੁਪਈਆ ਅਪਣਾਉਣਾ ਜ਼ਿਆਦਾ ਪ੍ਰਭਾਵੀ ਹੈ। ਦਲਾਈ ਲਾਮਾ 1959 ਵਿੱਚ ਆਪਣੀ ਮਾਤ ਭੂਮੀ ਤੋਂ ਭੱਜ ਕੇ ਆਏ ਸਨ ਅਤੇ ਉਸ ਦੇ ਬਾਅਦ ਉਹ ਭਾਰਤ ਵਿੱਚ ਸਵੈ ਦੇਸ਼ ਨਿਕਾਲੇ ਵਜੋਂ ਰਹਿ ਰਹੇ ਨੇ। ਪਾਕਿਸਤਾਨ ਦੀ ਤੰਗਹਾਲੀ ਦੀ ਗੱਲ ਕਰੋਨਾ ਸੰਕਟ ਕਾਲ ਵਿੱਚ ਖੁੱਲ੍ਹ ਕੇ ਦੁਨੀਆ ਦੇ ਸਾਹਮਣੇ ਆ ਚੁੱਕੀ ਹੈ।
ਪਾਕਿਸਤਾਨ ਗਲੇ ਤੱਕ ਕਰਜ਼ ਵਿੱਚ ਡੁੱਬਿਆ ਹੋਇਆ ਹੈ। ਅੰਤਰਰਾਸ਼ਟਰੀ ਮੁਦਰਾ ਕੋਸ਼ ਯਾਨੀ ਕਿ IMF ਨੇ ਪਾਕਿਸਤਾਨ ਸਰਕਾਰ ਨੂੰ ਆਖਿਆ ਕਿ ਉਹ ਸਰਕਾਰੀ ਕਰਮਚਾਰੀਆਂ ਦੀ ਸੈਲਰੀ ਫ੍ਰੀਜ਼ ਕਰ ਦੇਣ, ਪਰ ਸਰਕਾਰ ਨੇ ਉਹਨਾਂ ਦੀ ਮੰਗ ਨੂੰ ਖਾਰਜ ਕਰ ਦਿੱਤਾ। ਜਾਣਕਾਰੀ ਦੇ ਮੁਤਾਬਿਕ IMF ਨੇ 2 ਆਨਲਾਈਨ ਡਿਜੀਟਲ ਬੈਠਕਾਂ ਦੇ ਜ਼ਰੀਏ ਪਾਕਿਸਤਾਨ ਦੇ ਨਾਲ ਬਜਟ ਸੈਸ਼ਨ ਦੇ ਦੌਰਾਨ ਅਗਲੇ ਬਜਟ ਵਿੱਚ ਖਰਚਿਆਂ ਵਿੱਚ ਕਟੌਤੀ ਕਰਨ ਦੀ ਅਪੀਲ ਕੀਤੀ ਹੈ। ਹਾਲਾਂਕਿ ਇਸ ਮੰਗਲ ਨੂੰ ਇਸਲਾਮਾਬਾਦ ਨੇ ਇਹ ਕਹਿ ਕੇ ਠੁਕਰਾ ਦਿੱਤਾ ਕਿ ਅਜਿਹਾ ਕਰਨ ਦੇ ਨਾਲ ਕਰਮਚਾਰੀਆਂ ਤੇ ਪੈਨਸ਼ਨ ਧਾਰਕਾਂ ਨੂੰ ਮਹਿੰਗਾਈ ਦਾ ਸਾਹਮਣਾ ਕਰਨਾ ਪਵੇਗਾ। ਪਾਕਿਸਤਾਨ ਸਰਕਾਰ ਨੇ 12 ਜੂਨ ਨੂੰ ਆਪਣਾ ਸਾਲਾਨਾ ਬਜਟ ਪੇਸ਼ ਕੀਤਾ ਅਤੇ ਇਸ ਦੌਰਾਨ ਉਸ ਵਿੱਤੀ ਘਾਟੇ ਅਤੇ ਆਰਥਿਕ ਵਿਕਾਸ ਵਿੱਚ ਸੰਤੁਲਨ ਬਣਾਏ ਰੱਖਣ ਲਈ ਵੀ ਉਹਨਾਂ ਨੂੰ ਮਿਹਨਤ ਕਰਨੀ ਪਵੇਗੀ। ਸੂਤਰਾਂ ਦੇ ਮੁਤਾਬਿਕ IMF ਦੇ ਵੱਲੋਂ 6 ਅਰਬ ਡਾਲਰ ਯਾਨੀ ਕਿ 45,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਦਿੱਤੀ ਗਈ ਮਦਦ ਤਦ ਬਹਾਲ ਹੋਵੇਗੀ ਜਦ ਪਾਕਿਸਤਾਨ ਅਗਲਾ ਬਜਟ IMF ਮੈਕਰੋ ਇਕਨੋਮਿਕਸ ਫਰੇਮਵਰਕ ਦੇ ਮੁਤਾਬਿਕ ਪੇਸ਼ ਕਰੇਗੀ। IMF ਨੇ ਪਾਕਿਸਤਾਨ ਨੂੰ ਜਨਤਕ ਕਰਜ਼ ਦੇ ਵਾਧੇ ਬੋਝ ਨੂੰ ਲੈ ਕੇ ਸੁਚੇਤ ਕੀਤਾ। IMF ਜ਼ੋਰ ਦੇ ਰਿਹਾ ਹੈ ਕਿ ਪਾਕਿਸਤਾਨ ਵਿੱਤੀ ਹਾਲਾਤ ਮਜ਼ਬੂਤ ਕਰਨ ਦੇ ਰਸਤੇ ਉੱਤੇ ਚੱਲਣਾ ਚਾਹੀਦਾ। ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਦਾ ਜਨਤਕ ਕਰਜ਼ ਪਹਿਲਾਂ ਹੀ ਉਸ ਦੀ ਮਾਲੀ ਹਾਲਤ ਦੇ ਸਰੂਪ 90% ਤੱਕ ਪਹੁੰਚ ਚੁੱਕਿਆ। ਜਨਤਕ ਕਰਜ਼ ਵਿੱਚ ਵਾਧਾ ਅਤੇ G20 ਦੇਸ਼ਾਂ ਤੋਂ ਕਰਜ਼ ਮੰਗਣ ਦੇ ਪਾਕਿਸਤਾਨ ਦੇ ਫੈਸਲੇ ਉੱਤੇ IMF ਨੇ ਉਕਤ ਨਸੀਹਤ ਦਿੱਤੀ ਹੈ। COVID-19 ਦੇ ਕਾਰਨ ਚੀਨ ਦੀ ਮਿਲਟਰੀ ਤੇ ਪਈ ਆਰਥਿਕ ਮੰਦੀ ਦਾ ਅਸਰ ਦੇਖਣ ਨੂੰ ਮਿਲਿਆ। ਸੂਤਰਾਂ ਦੇ ਮੁਤਾਬਿਕ ਵੱਡੇ ਅਤੇ ਮੱਧ ਆਕਾਰ ਦੇ ਸ਼ਹਿਰਾਂ ਵਿੱਚ ਪੀਪਲਜ਼ ਲਿਬਰੇਸ਼ਨ ਆਰਮੀ ਦੇ ਕਈ ਫੌਜੀ ਵਰਤਮਾਨ ਵਿੱਚ ਮਾਲੀ ਹਾਲਤ ਦੀ ਰਫ਼ਤਾਰ ਹੌਲੀ ਹੋਣ ਦੇ ਕਾਰਨ ਬੇਰੁਜ਼ਗਾਰੀ ਜਾਂ ਘੱਟ ਰੁਜ਼ਗਾਰ ਤੋਂ ਲੰਘ ਰਹੇ ਨੇ। ਉਹਨਾਂ ਵਿੱਚੋਂ ਬਹੁਤਿਆਂ ਨੂੰ 2015 ਤੇ 2018 ਦੇ ਵਿਚਕਾਰ ਡੀਮੋਬਿਲਾਈਜ਼ ਕੀਤਾ ਗਿਆ ਸੀ। ਉਹਨਾਂ ਦੀ ਗਿਣਤੀ 3 ਲੱਖ ਦੇ ਨੇੜੇ ਦੱਸੀ ਜਾਂਦੀ ਹੈ। 2016 ਦੇ ਫੈਸਲੇ ਕਾਰਨ ਦੇ ਰੂਪ ਵਿੱਚ ਦੇਖਿਆ ਤੇ ਭਵਿੱਖ ਵਿੱਚ ਸੰਭਾਵਿਤ ਭਰਤੀਆਂ ਦੇ ਲਈ ਉਤਸ਼ਾਹਿਤ ਕੀਤਾ। ਉੱਥੇ ਹੀ ਜੇ ਆਰਥਿਕ ਤੌਰ ਤੇ ਦੇਖਿਆ ਜਾਵੇ ਤਾਂ COVID-19 ਨੇ ਨਿਰਮਾਣ ਗਤੀਵਿਧੀ ਨੂੰ ਹੌਲੀ ਕਰ ਦਿੱਤਾ ਹੈ। ਸੇਵਾ ਖੇਤਰ ਹੌਲੀ-ਹੌਲੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਆਨਲਾਈਨ ਸ਼ਾਪਿੰਗ ਵੀ ਹੌਲੀ ਹੋ ਗਈ ਹੈ, ਪਰ ਬਾਹਰ ਖਾਣਾ ਖਾਣ ਵਾਲੇ ਲੋਕਾਂ ਦੇ ਲਈ ਘਰ ਡਿਲੀਵਰੀ ਕਰਨ ਵਾਲਿਆਂ ਦੀ ਨੌਕਰੀ ਦੇ ਵਿੱਚ ਵਾਧਾ ਹੋ ਗਿਆ। ਉੱਥੇ ਹੀ ਚੀਨ ਵਿਸ਼ੇਸ਼ ਰੂਪ ਨਾਲ ਚਿੰਤਾ ਵਿੱਚ ਹੈ ਕਿ Quad+3 ਯਾਨੀ ਕਿ ਨਿਊਜ਼ੀਲੈਂਡ, ਦੱਖਣ ਕੋਰੀਆ ਅਤੇ ਵੀਅਤਨਾਮ ਦੇਸ਼ ਨਿਰਮਾਣ ਹਿੱਸਿਆਂ ਨੂੰ ਹਟਾ ਦਿੱਤਾ ਗਿਆ ਤੇ ਇਸ ਆਰਥਿਕ ਮੰਦਹਾਲੀ ਦਾ ਅਸਰ ਖਾਸ ਤੌਰ ਤੇ ਨੈਸ਼ਨਲ ਪੀਪਲ ਕਾਂਗਰਸ ਤੇ ਦੇਖਣ ਨੂੰ ਮਿਲੇਗਾ। ਇਸ ਸਾਲ ਦੇ ਲਈ ਕੋਈ ਵੀ GDP ਟਾਰਗੇਟ ਨਹੀਂ ਰੱਖਦਾ, ਜਦਕਿ ਵਿੱਤੀ ਘਾਟੇ ਦਾ ਟੀਚਾ 3.6% ਨਿਰਧਾਰਿਤ ਕੀਤਾ ਗਿਆ ਸੀ। ਪਿਛਲੇ ਦਿਨਾਂ ਵਿੱਚ ਟਿਕਟੌਕ ਚੀਨੀ ਤਕਨੀਕੀ ਫਰਮ ਬਾਈਟਡੈਂਸ ਵੱਲੋਂ ਵਿਕਸਿਤ ਐਪ ਅਤੇ ਹੋਰ ਚੀਨੀ ਐਪ ਨੂੰ ਭਾਰਤ ਵਿੱਚ ਵੱਡੇ ਵਿਰੋਧ ਦੇ ਨਾਲ ਪਲੇ ਸਟੋਰ ਵਿੱਚ ਰੇਟਿੰਗ ਦੇ ਵਿੱਚ 5ਵੇਂ ਤੋਂ 10ਵੇਂ ਸਥਾਨ ਤੇ ਹੇਠਾਂ ਲਿਆਂਦਾ ਗਿਆ। ਇਹ ਗਿਰਾਵਟ ਲੱਦਾਖ ਵਿੱਚ ਭਾਰਤ ਚੀਨ ਸਟੈਂਡ ਆਫ ਦੇ ਨਾਲ ਮੇਲ ਖਾਂਦੀ ਹੈ। ਭਾਰਤ ਵਿੱਚ ਕੁਝ ਕੱਟੜਪੰਥੀ ਮੀਡੀਆ ਆਊਟਲੈਟ ਅਤੇ ਸੰਗਠਨ ਲਗਾਤਾਰ ਚੀਨੀ ਵਿਰੋਧੀ ਭਾਵਨਾਵਾਂ ਨੂੰ ਬੜਾਵਾ ਦੇ ਰਹੇ ਨੇ। ਆਖਿਰ ਵਿੱਚ ਰਿਮੂਵ ਚਾਈਨਾ ਐਪ ਦੀ ਚਰਚਾ ਕੀਤੀ ਗਈ, ਜਿਸ ਨੇ ਲੱਦਾਖ ਵਿੱਚ ਗਤੀਰੋਧ ਦੇ ਰੂਪ ਵਿੱਚ ਲੋਕਪ੍ਰਿਯਤਾ ਦੇ ਵਿੱਚ ਵਾਧਾ ਕੀਤਾ। ਹਾਲਾਂਕਿ ਇਸ ਨੂੰ ਹਟਾ ਦਿੱਤਾ ਗਿਆ ਸੀ, ਪਰ ਇਸ ਨੇ ਦੇਸ਼ ਵਿੱਚ ਚੀਨੀ ਐਪਸ ਦੇ ਫੈਲਣ ਅਤੇ ਇਸ ਤੱਥ ਤੇ ਧਿਆਨ ਕੇਂਦਰਿਤ ਕੀਤਾ ਕਿ ਪਿਛਲੇ ਸਾਲ ਭਾਰਤ ਵਿੱਚ ਡਾਊਨਲੋਡ ਕੀਤੇ ਗਏ ਚੋਰੀ ਦੇ 10 ਐਪਸ ਵਿੱਚੋਂ 5 ਚੀਨ ਦੇ ਐਪ ਹਨ। ਇਹ ਭਾਰਤ ਲਈ ਚੀਨੀ ਰਣਨੀਤੀ ਹੈ। ਕੁਝ ਸਮਾਂ ਪਹਿਲਾਂ ਮਦਰਾਸ ਹਾਈ ਕੋਰਟ ਨੇ ਤਾਮਿਲਨਾਡੂ ਸਰਕਾਰ ਨੂੰ ਟਿਕਟੌਕ ਨੂੰ ਡਾਊਨਲੋਡ ਕਰਨ ਤੇ ਰੋਕ ਲਗਾਉਣ ਦੇ ਹੁਕਮ ਦਿੱਤੇ ਸਨ। ਉੱਥੇ ਹੀ ਗੁਜਰਾਤ ਸਰਕਾਰ ਨੇ ਰਾਜ ਵਿੱਚ PUBG ਮੋਬਾਈਲ ਤੇ ਵੀ ਪਾਬੰਦੀ ਲਗਾ ਦਿੱਤੀ ਹੈ ਤੇ ਪਰ ਇੱਥੇ ਹੋਰ ਕੋਈ ਚੀਨੀ ਐਪਸ ਹਨ ਜਿਵੇਂ ਕਿ ਲਾਮੋਰ, ਪੈਪਰ ਨੂਨੀ, ਜੋ ਗੈਰ ਕਾਨੂੰਨੀ ਕਾਰੋਬਾਰਾਂ ਦੇ ਵਿੱਚ ਸ਼ਾਮਿਲ ਹੋਣ ਲਈ ਜਾਣੇ ਜਾਂਦੇ ਨੇ। ਸੰਯੁਕਤ ਰਾਜ ਦੀ ਸਰਕਾਰ ਨੇ ਹਾਲ ਹੀ ਵਿੱਚ ਬੀਜਿੰਗ ਕਾਨੂੰਨ ਟੈਕ ਨੂੰ ਰਾਸ਼ਟਰੀ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਡੇਟਿੰਗ ਐਪ ਗ੍ਰਿੰਡਰ ਵਿੱਚ ਆਪਣੀ ਹਿੱਸੇਦਾਰੀ ਵੇਚਣ ਦਾ ਹੁਕਮ ਦਿੱਤਾ ਸੀ। ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਫੈਲਣ ਦੇ ਕਾਰਨ ਆਪਣੀ ਡੁੱਬਦੀ ਹੋਈ ਅੰਤਰਰਾਸ਼ਟਰੀ ਛਵੀ ਦੇ ਮੱਦੇਨਜ਼ਰ ਚੀਨ ਨੂੰ ਹਰ ਸਾਲ ਯੂਰਪੀ ਮੀਡੀਆ ਫਰਮਾਂ ਵਿੱਚ ਅਰਬਾਂ ਦਾ ਨਿਵੇਸ਼ ਕਰਦੇ ਹੋਏ ਪਾਇਆ ਗਿਆ, ਜੋ ਕਿ ਪੈਸੇ ਲਈ ਇਸ਼ਤਿਹਾਰ, ਪ੍ਰਸਾਰ ਅਤੇ ਸਪਾਂਸਰ ਪੱਤਰਕਾਰਤਾ ਕਵਰੇਜ ਵਰਗੇ ਫੰਡਿੰਗ ਦੇ ਜ਼ਰੀਏ ਆਪਣੀ ਕਹਾਣੀ ਪੇਸ਼ ਕਰਦਾ। 2008 ਤੋਂ 2018 ਦੇ ਦੌਰਾਨ ਚੀਨ ਨੇ 2.8 ਬਿਲੀਅਨ ਯੂਰੋ ਦਾ ਨਿਵੇਸ਼ ਯੂਰਪੀ ਮੀਡੀਆ ਫਰਮਾਂ ਵਿੱਚ ਸ਼ੇਅਰਾਂ ਤੇ ਇਨਵੈਸਟਮੈਂਟ ਉੱਤੇ ਧਿਆਨ ਕੇਂਦਰਿਤ ਕਰਦੇ ਹੋਏ ਕੀਤਾ, ਜੋ ਕਿ ਆਪਣੇ ਕੁੱਲ ਯੂਰਪੀ ਇਨਵੈਸਟਮੈਂਟ ਦਾ ਲਗਭਗ 1% ਹੈ। ਦਿਲਚਸਪ ਦੀ ਗੱਲ ਇਹ ਹੈ ਕਿ ਚੀਨ ਨੇ ਚੈਕ ਰਿਪਬਲਿਕਨ, ਪੁਰਤਗਾਲ ਅਤੇ ਸਪੇਨ ਦੇ ਵਿੱਚ ਨਿਵੇਸ਼ ਕੀਤਾ, ਜਿਸ ਨਾਲ ਚੀਨ ਤੇ ਭਾਰੀ ਨਿਰਪੱਖ ਅਤੇ ਆਲੋਚਨਾਤਮਕ ਰਿਪੋਰਟਿੰਗ ਪ੍ਰਭਾਵਿਤ ਹੋਈ ਹੈ। ਇਸ ਦੇ ਨਾਲ ਹੀ ਬੈਲਟ ਐਂਡ ਰੋਡ ਇਨੀਸ਼ੀਏਟਿਵ ਨੂੰ ਉਤਸ਼ਾਹਿਤ ਕਰਨ ਦੇ ਹੇਠ ਚੀਨ ਨੇ ਵੀ ਯੂਰਪੀਅਨ ਯੂਨੀਅਨ ਦੇ ਮੀਡੀਆ ਘਰਾਣਿਆਂ ਦੇ ਨਾਲ ਸਾਂਝੇਦਾਰੀ ਕੀਤੀ ਅਤੇ ਸਿਰਫ BRI ਅਤੇ ਧਿਆਨ ਕੇਂਦਰਿਤ ਕਰਨ ਦੇ ਲਈ ਲਗਭਗ 40 ਥਿੰਕ ਟੈਕ ਦੇ ਵਿਸ਼ਵ ਵਿਆਪੀ ਨੈਟਵਰਕ ਨੂੰ ਉਤਸ਼ਾਹਿਤ ਕੀਤਾ। ਤੁਹਾਨੂੰ ਦੱਸ ਦਈਏ ਕਿ BRI ਦੇ ਲਈ ਉੱਚ ਯੋਗਤਾ ਪ੍ਰਾਪਤ ਬੌਧਿਕ ਸਹਾਇਤਾ ਨੂੰ ਜੁਟਾਉਣ ਦੇ ਲਈ ਚੀਨ ਨੇ ਵਕਾਰੀ ਥਿੰਕ ਟੈਂਕਸ
ਐਲਕੈਨੋ ਰਾਇਲ ਇੰਸਟੀਚਿਊਟ, ਜਰਮਨ ਡਿਵੈਲਪਮੈਂਟ ਇੰਸਟੀਚਿਊਟ ਅਤੇ ਚਥਮ ਹਾਊਸ ਦੇ ਵਿੱਚ ਵੀ ਹਿੱਸਾ ਲਿਆ। ਜਦੋਂ ਪਿਛਲੀ ਸ਼੍ਰੀਲੰਕਾਈ ਸਰਕਾਰ ਨੇ ਚੀਨ ਨੂੰ ਇੱਕ ਉਮੰਗੀ ਬੰਦਰਗਾਹ ਵਿਕਾਸ ਪ੍ਰੋਜੈਕਟ ਦੇ ਹਿੱਸੇ ਦੇ ਰੂਪ ਵਿੱਚ ਸ਼੍ਰੀਲੰਕਾ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਸੀ, ਤਾਂ ਉਹਨਾਂ ਨੂੰ ਬਹੁਤ ਘੱਟ ਅਹਿਸਾਸ ਹੋਇਆ ਸੀ ਕਿ ਉਹ ਕਰਜ਼ ਵਸੂਲੀ ਦੇ ਹਿੱਸੇ ਦੇ ਰੂਪ ਵਿੱਚ ਹਬਨਟੋਟਾ ਵਿੱਚ ਇੱਕ ਰਣਨੀਤਿਕ ਬੰਦਰਗਾਹ ਨੂੰ ਖਤਮ ਕਰ ਦੇਣਗੇ। 2015 ਵਿੱਚ ਸ਼੍ਰੀਲੰਕਾ ਨੂੰ 99 ਸਾਲਾਂ ਤੋਂ ਫੋਰਟ ਅਤੇ ਇਸ ਦੇ ਆਲੇ ਦੁਆਲੇ 15,000 ਏਕੜ ਜ਼ਮੀਨ ਲੀਜ਼ ਤੇ ਲੈਣੀ ਪਈ, ਕਿਉਂਕਿ ਉਹ ਚੀਨ ਦੇ ਨਾਲ ਮੁੜ ਅਦਾਇਗੀ ਦਾ ਸਮਾਂ ਤੈਅ ਕਰਨ ਵਿੱਚ ਅਸਮਰੱਥ ਸਨ। ਅੰਦਾਜ਼ਾ ਹੈ ਕਿ ਚੀਨੀ ਕਰਜ਼ਾ ਹੋਰ ਵਿਸ਼ਵ ਵਿਆਪੀ ਵਿੱਤੀ ਸਹਾਇਤਾ ਦੇ ਉਲਟ ਬੇਰਹਿਮੀ ਦੇ ਨਾਲ ਲਾਭਪਾਤਰੀਆਂ ਨੂੰ ਲੁਭਾਉਣ ਅਤੇ ਫਿਰ ਦੁਸ਼ਟ ਉਧਾਰ ਦੇਣ ਦੇ ਚੱਕਰ ਵੱਲ ਲੈ ਜਾਣ ਦੇ ਲਈ ਤਿਆਰ ਕੀਤਾ ਗਿਆ। ਚੀਨੀ ਕਰਜ਼ਾ ਉੱਚ ਵਿਆਜ ਦਰਾਂ ਤੇ ਘੱਟ ਪਰਿਪੱਕਤਾਵਾਂ ਰੱਖਦਾ ਹੈ ਤੇ ਹਰ 2 ਸਾਲਾਂ ਜਾਂ ਇਸ ਤੋਂ ਘੱਟ ਸਮੇਂ ਵਿੱਚ ਮੁੜ ਵਿੱਤ ਦੀ ਜ਼ਰੂਰਤ ਪੈਂਦੀ ਹੈ, ਜਿੱਥੇ ਰਣਨੀਤਿਕ ਰਾਸ਼ਟਰੀ ਜਾਇਦਾਦ ਜਮਾਵਾਲੀ ਵਜੋਂ ਵਰਤੀਆਂ ਜਾਂਦੀਆਂ ਨੇ। ਇਹ ਵਿਸ਼ੇਸ਼ਤਾਵਾਂ ਚੀਨੀ ਰਾਜ ਨਿਯੰਤਰਣ ਬੈਂਕਾਂ ਨੂੰ ਗਰੀਬ ਦੇਸ਼ਾਂ ਨੂੰ ਕਰਜ਼ਾ ਦੇਣ ਵਿੱਚ ਸਮਰੱਥ ਹੋਈਆਂ। ਉੱਥੇ ਹੀ ਪਾਕਿਸਤਾਨ ਵੀ ਉਸੇ ਦਿਸ਼ਾ ਵੱਲ ਵਧਦਾ ਜਾਪਦਾ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨਵਾਂ ਪਾਕਿਸਤਾਨ ਦੇ ਇੱਕ ਦਰਸ਼ਨ ਦੀ ਕਲਪਨਾ ਕੀਤੀ ਹੈ ਤੇ ਪਾਕਿਸਤਾਨ ਦੇ ਵਿੱਚ ਭ੍ਰਿਸ਼ਟਾਚਾਰੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਸਖਤ ਕਾਨੂੰਨ ਲਿਆ ਕੇ ਭ੍ਰਿਸ਼ਟਾਚਾਰ ਵਿਰੋਧੀ ਸਖਤ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਪਾਕਿਸਤਾਨ ਦੀ ਜਨਤਾ ਨੇ ਖਾਨ ਦੀ ਇਹ ਪਹਿਲ ਕਦਮੀ ਦੀ ਸ਼ਲਾਘਾ ਵੀ ਕੀਤੀ ਹੈ। $62 ਬਿਲੀਅਨ ਦਾ CPEC, ਜਿਸ ਨੂੰ ਮੰਨਿਆ ਜਾਂਦਾ ਹੈ ਕਿ ਪਾਕਿਸਤਾਨ ਨੂੰ ਆਪਣੀ ਗੰਭੀਰ ਆਰਥਿਕ ਤੰਗੀ ਤੋਂ ਬਾਹਰ ਕੱਢਣਾ, ਸੁਤੰਤਰ ਬਿਜਲੀ ਉਤਪਾਦਕਾਂ ਦੀ ਜਾਂਚ ਰਿਪੋਰਟ ਜਨਤਕ ਕੀਤੇ ਜਾਣ ਤੋਂ ਬਾਅਦ ਹਾਲ ਹੀ ਵਿੱਚ ਵਿਵਾਦਾਂ ਵਿੱਚ ਘਿਰ ਗਿਆ। ਹਾਲਾਂਕਿ ਮਹਾਮਾਰੀ ਨੇ ਚੀਨ ਦੇ ਵਿਰੁੱਧ ਵਿਸ਼ਵ ਵਿਆਪੀ ਬਿਰਤਾਂਤ ਨੂੰ ਅੱਗੇ ਵਧਾ ਦਿੱਤਾ ਤੇ ਇਹ ਆਪਣੇ ਅਕਸ ਨੂੰ ਬਿਹਤਰ ਬਣਾਉਣ ਦੇ ਲਈ PR ਓਵਰਡਰਾਈਵ ਤੇ ਹੈ। ਸੰਭਾਵਨਾ ਹੈ ਕਿ ਚੀਨ ਆਪਣੇ ਕਰਜ਼ੇ ਵਾਪਸ ਲੈਣ ਦੀ ਨੀਤੀ ਨੂੰ ਪਹਿਲਾਂ ਨਾਲੋਂ ਵਧੇਰੇ ਹਮਲਾਵਰੀ ਢੰਗ ਦੇ ਨਾਲ ਅਪਣਾਏਗੀ।